ਇਹ ਉਹਨਾਂ ਨੇ ਬੂ ਅਲੀ ਸੈਨਾ ਦੇ ਅਲ ਕਾਨੂੰਨ ਦੇ ਉੱਤੇ ਬਹਿਸ ਕੀਤੀ ਹੈ ਕਿ ਅਲ ਕਾਨੂੰਨ ਜਿਹੜਾ ਨਾ ਬੂ ਅਲੀ ਸੈਨਾ ਨੇ ਲਿਖੀ ਅਲ ਕਾਨੂੰਨ ਦੀ ਪਹਿਲੇ ਤਾਂ ਦੱਸੀ ਉਹਨਾਂ ਨੇ ਕਿ ਅਹਿਮੀਅਤ ਕੀ ਹੈ। ਕਾਨੂੰਨ ਉਹ ਚੀਜ਼ ਹੁੰਦਾ ਹੈਗਾ ਜਿਹੜੀ ਉਹਦੇ ਵਿੱਚ ਗੱਲ ਦੱਸੀ ਹੈ ਨਾ ਉਹਨੂੰ ਬਾਰ-ਬਾਰ ਜੇ ਕੀਤਾ ਜਾਏ ਤਾਂ ਨਤੀਜਾ ਉਹੀ ਨਿਕਲੇ। 2 + 2 ਦਾ ਨਤੀਜਾ 4 ਹੀ ਹੈ। 4 ਤਕਸੀਮ 2 ਦਾ ਨਤੀਜਾ 2 ਹੋਏਗਾ। ਸੁਣਦੇ ਪਏ ਨਾ ਜੀ। ਯਾਨੀ ਕਿ ਇਹ ਕਾਨੂੰਨ ਨੇ ਇਹਨਾਂ ਨੂੰ ਹਿਸਾਬੀ ਕਵਾਨੀਨ ਨਾ ਇੱਕ ਸਾਇੰਟੀਫਿਕ ਕਵਾਨੀਨ ਵੀ। ਇਸੇ ਤਰ੍ਹਾਂ ਹੀ ਅਸੀਂ ਜਿਹੜੀਆਂ ਜ਼ਿੰਦਗੀ ਦੇ ਵਿੱਚ ਮੇਲ ਫੀਮੇਲ ਮਿਲਦੇ ਨੇ ਨੁਤਫਾ ਠਹਿਰਦਾ ਹੈ ਅਤੇ ਫਿਰ ਬੱਚਾ ਪੈਦਾ ਹੁੰਦਾ। ਸਾਡੇ ਇਹ ਹੈਗਾ ਉਹ ਭਾਵੇਂ ਮੇਲ ਫੀਮੇਲ ਮਿਲ ਜਾਣ, ਭਾਵੇਂ ਟੀਕੇ ਨਾਲ ਮਿਲਾ ਲੈਣ, ਇੰਜੈਕਸ਼ਨ ਨਾਲ ਮਿਲਾ ਲੈਣ, ਅਤੇ ਭਾਵੇਂ ਉਹ ਜਿਵੇਂ ਟੈਸਟ ਟਿਊਬ ਬੇਬੀ ਉਹਦੇ ਵਿੱਚ ਮਿਲਾ ਕੇ ਰੱਖ ਲੈਣ। ਯਾਨੀ ਕਿਸੇ ਤਰ੍ਹਾਂ ਵੀ ਮੇਲ ਫੀਮੇਲ ਦਾ ਜੁਜ਼ ਮਿਲਣਾ ਹੈ ਅਤੇ ਫਿਰ XY ਮਿਲਣਾ ਹੈ ਅਤੇ ਫਿਰ ਨੁਤਫਾ ਠਹਿਰਨਾ ਹੈ। ਭਾਵੇਂ XX ਮਿਲ ਜਾਏ, ਭਾਵੇਂ ਮੇਲ ਫੀਮੇਲ ਦਾ ਮਿਲਾਪ ਜ਼ਰੂਰ ਹੋਣਾ। ਇਹ ਸਾਡੇ ਹੈਵਾਨਾਤ ਦੇ ਵਿੱਚ ਉਹ ਕਿਸੇ ਤਰੀਕੇ ਨਾਲ ਮਿਲ ਜਾਣ, ਇਹ ਫਿਤਰਤ ਹੈਗੀ। ਅਤੇ ਜੇ ਕੋਈ ਦੂਰ ਪਏ ਹੋਏ ਅੱਲਾ ਦੀ ਕੁਦਰਤ ਹੈਗੀ ਕਿ ਉਹਨਾਂ ਨੂੰ ਉਹਦੇ 'ਚ ਪੈਦਾ ਕਰ ਦੇ, ਵਰਨਾ ਉਸ ਤਰ੍ਹਾਂ ਨਹੀਂ, ਫਿਤਰਤ ਦੇ ਤਹਿਤ ਨਹੀਂ। ਫਿਤਰਤ ਇਹ ਹੀ ਹੈ ਕਿ ਮਿਲਾਪ ਹੋਏ। ਹੋਰ ਕਵਾਨੀਨ ਨੇ ਸਾਡੇ ਪਾਣੀ ਜਿਹੜਾ ਹੈਗਾ ਉਹਨੂੰ ਅਸੀਂ ਵੇਖਦੇ ਹੈਗੇ ਕਿ ਉਹ ਢਲਵਾਨ ਦੀ ਤਰਫ ਹੀ ਬਹਿੰਦਾ। ਇਹ ਉਹਦੀ ਤਬੀਅਤ ਹੈਗੀ। ਸਾਨੂੰ ਇਹ ਪਤਾ ਇਹ ਕਾਨੂੰਨ ਹੈ ਕਿ ਮਾਇਆ ਚੀਜ਼ ਜਿਹੜੀ ਹੈਗੀ ਉਹ ਢਲਵਾਨ ਦੀ ਤਰਫ ਬਹਿੰਦੀ, ਉਹ ਆਪਣੀ ਸਤ੍ਹਾ ਬਰਾਬਰ ਰੱਖਦੀ ਹੈ। ਸਮਝਦੇ ਸਤ੍ਹਾ ਬਰਾਬਰ ਰੱਖਣ ਨੂੰ ਕਿ ਮਾਇਆ ਜਿਹੜੀ ਹੈ ਕੋਈ ਵੀ ਤੇਲ ਪਾਣੀ ਜਾਂ ਸਾਡਾ ਦੁੱਧ ਹੈ ਜਾਂ ਕੋਈ ਇਸ ਤਰ੍ਹਾਂ ਹੀ ਉਹਨੇ ਅਗਰ ਕਿਸੇ ਬਰਤਨ 'ਚ ਪਾਇਆ ਉੱਚਾ ਨੀਵਾਂ ਵੀ ਹੈ ਨਾ ਥੱਲਿਓਂ, ਅਤੇ ਜਦੋਂ ਉਹਦੀ ਸਤ੍ਹਾ ਉਤਲੀ ਉਹ ਬਰਾਬਰ ਰਹਿਣੀ, ਆਪਣੀ ਸਤ੍ਹਾ ਹਮਾਰ ਰੱਖਦਾ। ਇਹ ਅਸੂਲ ਨੇ। ਗਰਮੀ ਅੱਗ ਜਿਹੜੀ ਹੈ ਉਹ ਹਰਾਰਤ ਪਹੁੰਚਾਉਂਦੀ ਹੈ। ਉਹ ਕਲੀਲ ਹੈ ਅਤੇ ਉਨੀ ਕੁ ਹਰਾਰਤ ਆਪਣੇ ਜਿੰਨੀ ਉਹਦੇ ਹੈ ਵੈਲਿਊ ਜਾਂ ਉਹਦਾ ਅਸਰ ਹੈ ਉਹਨੇ ਕਰਨਾ, ਉਹਨੇ ਗਰਮੀ ਪੈਦਾ ਕਰਨੀ। ਇਹ ਕਵਾਨੀਨ ਨੇ ਬੇਟੇ, ਇਹ ਕਾਨੂੰਨ ਦੀ ਹੈ। ਉਹਨੇ ਦੱਸਿਆ ਵੀ ਇਹ ਕਾਨੂੰਨ ਜਿਹੜਾ ਅਲ ਕਾਨੂੰਨ ਜਿਹੜਾ ਬੂ ਅਲੀ ਸੈਨਾ ਦੀ ਉਹਦੇ 'ਚ ਉਹ ਗੱਲਾਂ ਦੱਸੀਆਂ ਨੇ ਜਿਹੜੀਆਂ ਅਥੈਂਟਿਕ ਨੇ, ਜਿਹੜੀਆਂ ਵਾਕਈ ਇਸ ਤਰ੍ਹਾਂ ਹੁੰਦੀਆਂ ਨੇ। ਜਿਹੜੀ ਉਹਨਾਂ ਗੱਲ ਬਿਆਨ ਕੀਤੀ ਉਹ ਸਹੀ ਬਿਆਨ ਕੀਤੀ, ਫਿਤਰਤ ਨੂੰ ਖੂਬ ਉਹਨਾਂ ਨੇ ਬਿਆਨ ਕੀਤਾ। ਯਾਨੀ ਕਿ ਉਹਨਾਂ ਨੇ ਸਹੀ ਬਿਆਨ ਕੀਤਾ। ਉਹਨਾਂ ਦਾ ਇੰਨਾ ਮੁਸ਼ਾਹਦਾ ਤਜਰਬਾ ਹੈ। ਉਹਨਾਂ ਦੀ ਹਰ ਗੱਲ ਜਿਹੜੀ ਨਾ ਕਾਨੂੰਨ ਹੈ। ਉਹਨਾਂ ਨਾਮ ਹੀ ਕਿਤਾਬ ਦਾ ਅਲ ਕਾਨੂੰਨ ਰੱਖ ਛੜਿਆ। तरतीब कुदरत व फितरत और कानून की तशरीह की ज़रूरत इसलिए पैदा हुई कि ये सब किसी तरतीब पर काम करते हैं। हाँ, कुदरत फितरत और कानून। कुदरत ਤੁਹਾਨੂੰ ਦੱਸਿਆ ਉਹ ਕਾਨੂੰਨ ਹੈ ਜਿਹੜਾ ਸਾਰਿਆਂ ਨੂੰ ਹਾਵੀ ਹੈ। ਵੱਲਾ ਵਲਾ ਕੁੱਲੀ ਸ਼ੈਇਨ ਕਦੀਰ। ਫਿਤਰਤ ਉਹਦੇ ਤਹਿਤ ਹੈਗੀ ਅਤੇ ਫਿਤਰਤ ਦੀ ਜਿਹੜੀ ਲਨਤ ਜਿੱਦਾਂ ਲਾ ਸੁਨਨਤ ਅੱਲਾ ਹੈ ਤਬਦੀਲਾ। ਸੁਨਨਤ ਹਰਗਜ਼ ਅੱਲਾ ਦਾ ਕਾਨੂੰਨ ਹਰਗਜ਼ ਤਬਦੀਲ ਨਹੀਂ ਹੁੰਦਾ ਹੈਗਾ। ਫਿਰ ਕਵਾਨੀਨ ਦੀ ਅੱਗੇ ਤਸ਼ਰੀਹ ਉਹਦੇ ਜ਼ੈਲੀ ਜਿਹੜੇ ਕਵਾਨੀਨ ਨੇਗੇ ਫਿਤਰਤ ਦੇ ਕਵਾਨੀਨ ਕੀ ਨੇਗੇ। ਉਹ ਪਾਣੀ ਦੀ ਫਿਤਰਤ ਢਲਵਾਨ ਦੀ ਤਰਫ ਬਹਿੰਦਾ, ਆਪਣੀ ਸਤ੍ਹਾ ਬਰਾਬਰ ਰੱਖਦਾ ਹੈ। ਉਹ ਜਿਹੜੇ ਉਹਦੀ ਤਬੀ ਜ਼ਾਤੀ ਉਹਦੀ ਹਸੀਅਤ ਹੈ ਉਹ ਠੰਡਾ ਹੈਗਾ, ਠੰਡਕ ਪਹੁੰਚਾਉਂਦਾ ਹੈਗਾ, ਗਿੱਲਾ ਕਰਦਾ ਹੈਗਾ, ਤਰੀ ਪਹੁੰਚਾਉਂਦਾ ਹੈਗਾ, ਠੰਡਕ ਵੀ ਪਹੁੰਚਾਉਂਦਾ, ਤਰੀ ਪਹੁੰਚਾਉਂਦਾ। ਅਗਰ ਉਹਦੇ 'ਚ ਮਾਹੌਲ ਦੀ ਕੋਈ ਆਲੂਦਗੀਆਂ ਮਿਲ ਗਈਆਂ, ਖਾ ਗਰਮੀ ਮਿਲ ਗਈ ਤਾਂ ਉਹਨੇ ਗਰਮ ਹੋ ਪੈਣਾ, ਸਰਦੀ ਮਿਲ ਗਈ ਤਾਂ ਉਹਨੇ ਠੰਡਾ ਹੋ ਪੈਣਾ, ਬਹੁਤੀ ਮਿਲ ਗਈ ਉਹਨੇ ਜੰਮ ਹੀ ਪੈਣਾ, ਬਹੁਤੀ ਗਰਮੀ ਮਿਲ ਗਈ ਉਹਨੇ ਭਾਪ ਹੀ ਬਣ ਪੈਣਾ। ये फितरी कवानीन नेगे, तभी कवानीन नेगे। और ये तरतीब खुदकार असूल और तरीक़ पर कायम है। ये खुदकार निज़ाम यानी कि अल्लाह का तरतीब दिता है, खुदकार आटोमैटिक चलता है। ये नहीं कि तुम घड़ी के पिछों बटन दबा के कोई तब्दीलियाँ करते फिर। अल्लाह ने जो मतयन कर दिता तुहानूं दस्से 50,000 साल पहलों ही तखलीक कायनात तो 50,000 साल पहलों तो कवानीन बना छड़े ने। अल्लाह ने फिक्स कर छड़े, मतयन कर छड़े ने, मुकर्रर कर छड़े ने। हुण उस दे तहत चलदा रहिंदा। मालक दे बैठा है अर्श मौला ते जिहड़ा 7 आसमानां तों उत्ते अर्श अल्लाह दा पिया है, ਉਹਦੇ ਤੇ तशरीफ फरमान किस हाल जिस तरह भी ਉਹਨਾਂ ਦੀ शान है। ਉੱਥੋਂ सब कुछ देखदा जानदा इलम है। ਅਸੀਂ ਗੱਲਾਂ ਕਰਨੇ ਪਏ ਅਸੀਂ ਤੇ ਬੈਠੇ ਹਾਂ ਵੀ ਜਾਣਦਾ। ਜ਼ਮੀਨਾਂ ਦੇ ਪਤਾਲਾਂ ਵਿੱਚ ਕੀ ਹੋ ਰਿਹਾ, ਕਿੱਥੇ ਨਮਕ ਪਿਆ, ਕਿੱਥੇ ਆਪਣੇ ਦੂਸਰੇ ਆਤਿਸ਼ਫਸ਼ਾਂ ਪਹਾੜ ਪੈਣਗੇ, ਕਿੱਥੇ ਮੱਛਲੀ ਹੈ, ਕਿੱਥੇ ਕੀੜੇ ਨੇ, ਕਿੱਥੇ ਕੀ ਹੈ, ਸਾਡੇ ਦਿਲ ਵਿੱਚ ਕੀ ਹੈ। यानी एक सूरत के बाद दूसरी सूरत
और एक अमल के बाद दूसरा अमल पैदा हो जाता है। इसको अंग्रेजी में सिस्टोमेटिक यानी बाकायदा कहते हाँ सिस्टोमेटिक। हैं। एक अमल तो बाद दूसरा अमल। हाँ मतलब कि जे पानी ਨੂੰ ਗਰਮੀ ਮਿਲੀ, ਪਾਣੀ ਦੀ ਮਿਸਾਲ ਹੀ ਲੈ ਲੈਂਦੇ ਹਾਂ। ਪਾਣੀ ਨੂੰ ਗਰਮੀ ਮਿਲੀ ਹੈ ਤਾਂ ਉਹਨੇ ਗਰਮ ਹੋਣਾ ਹੈ, ਫਿਰ ਉਹਨੇ ਲਤੀਫ ਹੋਣਾ ਹੈ, ਫਿਰ ਉਹਨੇ ਭਾਪ ਬਣਨੀ ਹੈ, ਬੁਖਾਰਾਤ ਬਣ ਜਾਣੇ, ਫਿਰ ਹੋਰ ਮਿਲੀ ਉਹਨੇ ਹੋਰ ਲਤੀਫਤ 'ਚ ਚਲੇ ਜਾਣਾ, ਉਹਨੇ ਰੂਹਾਂ ਦੇ ਨਾਲ ਟੱਚ ਹੋ ਪੈਣਾ, ਅਰਵਾਹ ਬਣਨੀਆਂ ਨੇ, ਇੰਨੀਆਂ ਕੁ ਲਤੀਫ ਹੋਣੀਆਂ। ਬਲਕਿ ਗਰਮੀਆਂ 'ਚ ਇੰਨੀ ਲੂ ਹੁੰਦੀ ਉਹ ਤੁਹਾਨੂੰ ਚੁੱਭਦੀ ਫਿਰ ਜਿਸਮ ਨੂੰ ਜਲਾਉਂਦੀ ਹੈਗੀ, ਇੰਨੀ ਲੂ ਉਹ ਗਰਮੀ ਹੁੰਦੀ। ਉਹ ਵੀ ਅਜੇ ਹਵਾ ਹੀ ਹੈਗੀ, ਯਾਨੀ ਲਤਾਫਤ ਵਿੱਚ ਚਲੀ ਜਾਂਦੀ ਹੈ। ਉਹਦੇ 'ਚ ਨਮੀ ਜ਼ਰੂਰ ਹੈਗੀ ਹੈ ਲੇਕਿਨ ਇੰਨੀ ਲਤੀਫ ਹੋ ਗਈ। ਜੇ ਨਮੀ ਨਾ ਹੋਵੇ ਤਾਂ ਠੋਸ ਹੋ ਜਾਵੇ। ਸਮਝਦੇ ਪਏ ਨਾ, ਨਮੀ ਉਹਦੇ 'ਚ ਮੌਜੂਦ ਹੈ ਤਾਂ ਹੈ। ਰੂਹ ਦੇ ਵਿੱਚ ਵੀ ਗਰਮ ਤਾਰ ਹੈ ਰੂਹ, ਲੇਕਿਨ ਇੰਨੀ ਲਤੀਫ ਹੈ ਕਿ ਸਾਨੂੰ ਨਜ਼ਰ ਨਹੀਂ, ਅਜੇ ਤੱਕ ਸਾਨੂੰ ਪਤਾ ਹੀ ਨਹੀਂ ਹੈਗਾ। ਅਮਰੇ ਰੱਬੀ ਹੈਗਾ, ਅਜੇ ਤੱਕ ਸਾਡੇ ਕਿਸੇ ਸਾਇੰਸਦਾਨ ਦੇ ਵੀ ਜ਼ਿਹਨ 'ਚ ਨਹੀਂ ਆਈ, ਖਾਕਾ ਹੀ ਨਹੀਂ ਆਇਆ। ਬਿਲਕੁਲ। ਲੇਕਿਨ ਉਹ ਸਾਰੀ ਰੌਣਕਾਂ ਮੈਂ ਬੋਲਣਾ ਪਿਆ ਜਾਂ ਤੁਸੀਂ ਗੱਲ ਕਰਦੇ ਦੇਖਦੇ ਪਏ ਜੀ, ਸਭ ਰੌਣਕਾਂ ਜਿਹੜੀਆਂ ਨੇ ਉਸੇ ਰੂਹ ਦੀਆਂ ਨੇ। ਬਲਕਿ ਜਮਾਦਾਤ ਦੇ ਵਿੱਚ ਵੀ ਬੇਟੇ ਰੂਹ ਹੈ, ਤਾਂ ਹੀ ਇਹ ਵੱਧਦੇ ਨੇ, ਤਾਂ ਹੀ ਇਹ ਸਾਡੇ ਕੰਮ ਆਉਂਦੇ ਨੇਗੇ। ਇਹਨਾਂ 'ਚ ਵੱਖਰੀ ਰੂਹ ਹੈ, ਤਾਂ ਹੀ ਇਹਦੇ 'ਚ ਫਸਲਾਂ ਉਗਦੀਆਂ ਨੇ, ਇਹਦੇ 'ਚ ਹੀ ਉਗਦੀਆਂ ਨਾ। ਬਿਲਕੁਲ। ਇਹਦੇ 'ਚ ਵੀ ਕੋਈ ਜਾਨ ਹੈ ਤੇ ਤਾਂ ਹੀ ਇਹਨੂੰ ਫਸਲ ਨੂੰ ਜਿਹੜੀ ਉਗਾਉਂਦੀ ਹੈ। मर्ज का तसव्वुर। गौर करें कि कानून कुदरत व कानून फितरत और सुन्नत इलाहिया के तहत मर्ज का तसव्वुर किया जाता है। इस हकीकत से तो इनकार नहीं कि मर्ज जिस तरह भी पैदा हो, बहरहाल वो किसी न किसी कानून सेहत की खिलाफ वर्जी होगा। हाँ ਇਹਦੀ ਵੀ ਤਸ਼ਰੀਹ ਹੋ ਜੇ ਕੋਈ। ਹਾਂਜੀ ਹਾਂਜੀ ਹੁਣੇ ਮੈਂ ਦੱਸਿਆ ਸੀ ਨਾ ਵੀ ਜ਼ਲਜ਼ਲੇ ਜਾਂ ਸੈਲਾਬ ਜਾਂ ਸਾਡੇ ਕੋਲ ਆਫਤਾਂ ਆਉਂਦੀਆਂ ਨੇਗੀਆਂ ਤੇ ਸਾਡੀ ਆਪਣੀ ਕਰਤੂਤਾਂ ਦੀ ਬਿਨਾਂ 'ਤੇ, ਵਰਨਾ ਮਾਲਕ ਜ਼ਾਲਮ ਨਹੀਂ ਹੈਗਾ, ਉਹ ਰਹਿਮਾਨ ਔਰ ਰਹੀਮ। ਜਦੋਂ ਨਹੀਂ ਅਸੀਂ ਉਹਦੇ ਸਿੱਧੇ ਨਹੀਂ ਹੁੰਦੇ ਫਿਰ ਉਹ ਜੱਬਾਰਕਾਰ ਬਣ ਜਾਂਦਾ। ਫਿਰ ਦੁਨੀਆ ਨੂੰ ਸਿੱਧੀਆਂ ਕਰਨ ਵਾਸਤੇ, ਉਹ ਵੀ ਜ਼ੁਲਮ ਨਹੀਂ, ਦੁਨੀਆ ਨੂੰ ਸਿੱਧੀਆਂ ਕਰਨ ਵਾਸਤੇ ਕਿ ਸਿੱਧੇ ਹੋ ਜਾਣ, ਪਤਾ ਲੱਗੇ ਵੀ ਇੱਥੇ ਨੁਕਸਾਨ ਹੁੰਦਾ ਇਹਦੇ ਨਾਲ ਅਤੇ ਅਸੀਂ ਸਿੱਧੇ ਚੱਲੀਏ। ਇਸੇ ਤਰ੍ਹਾਂ ਜਿਸਮ ਦੇ ਵਿੱਚ ਜਦੋਂ ਅਸੀਂ ਖਿਲਾਫ ਵਰਜ਼ੀ ਕਰਨੇ ਆ, ਅਸੀਂ ਬਾਹਰ ਹੀ ਮੂੰਹ ਮਾਰਨ ਲੱਗ ਪਏ, ਮੀਆਂ ਬੀਬੀ ਵਾਲਾ ਨਾ ਕਰਨ, ਸਾਡੇ ਜ਼ਮੀਰ ਨੇ ਮਲਾਮਤ ਕਰਨਾ। ਅਸੀਂ ਕਸਰਤ ਨਾ ਕਰਨ ਲੱਗ ਪਏ ਨੇ ਇਤਦਾਲ ਤੋਂ ਹਟ ਕੇ, ਤਾਂ ਵੀ ਅਸੀਂ ਕਰਦੇ ਹੀ ਨਹੀਂ ਹੈਗੇ। ਇਸ ਤਰ੍ਹਾਂ ਖਾਣੇ 'ਤੇ ਆ ਜਾਓ, ਭੁੱਖ ਲੱਗੀ ਹੈ, ਭੁੱਖ ਦੇ ਤਹਿਤ ਅਸੀਂ ਖਾ ਗਏ ਹਾਂ, ਠੀਕ ਹੈ। ਭੁੱਖ ਤੋਂ ਜ਼ਿਆਦਾ ਖਾ ਗਏ ਹਾਂ, ਬਦਹਜ਼ਮੀ ਹੋ ਪੈਣੀ। ਘੱਟ ਖਾ ਗਏ ਹਾਂ, ਕਮਜ਼ੋਰੀ ਹੋ ਪੈਣੀ। ਅਕਸਰ ਇੱਦਾਂ ਘੱਟ ਖਾਂਦੇ ਰਹੇ, ਕਮਜ਼ੋਰੀ ਹੋ ਪੈਣੀ। ਅਕਸਰ ਜ਼ਿਆਦਾ ਖਾਂਦੇ ਰਹੇ ਤਾਂ ਫਿਰ ਇੱਕ ਦੋ ਵਾਰਾਂ 'ਤੇ ਜਿਹੜਾ ਨਾ ਉਹ ਮਾਫੀ ਹੈ। ਕਾਨੂੰਨ ਕੁਦਰਤ ਔਰ ਫਿਤਰਤ ਜਿਹੜੀ ਨਾ ਉਹ ਗ੍ਰਿਫਤ ਫੌਰੀ ਨਹੀਂ ਬੇਟੇ ਕਰਦੀ, ਬੜੀ ਦੇਰ ਬਾਅਦ ਬੰਦਾ ਮੌਕਾ ਦਿੰਦੀ। ਇਨਸਾਨ ਹੈ ਜਿਹੜਾ ਫੌਰੀ ਗ੍ਰਿਫਤ ਕਰਨ ਦੀ ਕੋਸ਼ਿਸ਼ ਕਰਦਾ ਹੈਗਾ, ਲੇਕਿਨ ਉਹ ਵੀ ਨਾਕਾਮ ਹੋ ਪੈਂਦਾ। ਉਹਨੂੰ ਵੀ ਕਿਹਾ ਸਬਰ ਕਰ, ਸ਼ਾਇਦ ਮੌਕਾ ਅੱਛਾ ਨਿਕਲ ਹੀ ਆਇਆ ਅੱਗੇ। ਅਤੇ ਇਸ ਤਰ੍ਹਾਂ ਹੀ ਜਿਹੜੀ ਖਿਲਾਫ ਵਰਜ਼ੀ ਹੈ, ਯਾਨੀ ਅੱਛੇ ਕਾਨੂੰਨ ਦੀ ਫਿਤਰਤ ਦੀ ਖਿਲਾਫ ਵਰਜ਼ੀ, ਉਹ ਹੀ ਆਫਤਾਂ ਨੂੰ ਲਿਆਉਂਦੀ ਹੈ। ਅਤੇ ਕਾਨੂੰਨ ਸਿਹਤ ਜਿਹੜਾ ਹੈ, ਉਹਦੇ ਫਿਤਰਤ ਦੇ ਤਹਿਤ ਕਾਨੂੰਨ ਸਿਹਤ, ਉਹਦੀ ਖਿਲਾਫ ਵਰਜ਼ੀ ਕੀਤੀ, ਰੋਟੀ ਬਹੁਤੀ ਖਾ ਲਈ, ਖਾਣਾ ਬਹੁਤਾ ਖਾ ਲਿਆ ਜਾਂ ਘੱਟ ਖਾ ਲਿਆ, ਫਿਰ ਅਸੀਂ ਗਰਮੀ ਸਰਦੀ ਉਹਦੇ ਮੁਤਾਬਕ ਕੱਪੜੇ ਨਹੀਂ ਪਾਏ। ਸਾਨੂੰ ਤਾਂ ਸਰਦੀ ਲੱਗਦੀ, ਸਾਨੂੰ ਚਾਹੀਦਾ ਕੱਪੜੇ ਪਾਉਣੇ, ਸਾਨੂੰ ਬਚਾਓ ਕਰਨਾ ਚਾਹੀਦਾ ਜਿਸ ਤਰ੍ਹਾਂ ਵੀ ਕਰ ਸਕੀਏ ਕੱਪੜਿਆਂ ਨਾਲ, ਜਾਂ ਜਿਸ ਤਰ੍ਹਾਂ ਵੀ ਗਰਮੀ ਪੈਂਦੀ ਤਾਂ ਉਹਦੇ ਨਾਲ, ਜਾਂ ਹੋਰ ਕੋਈ ਅੱਗ ਆਈ ਹੈਗੀ ਤਾਂ ਉਹਦੇ ਤੋਂ ਬਚਣ ਦੇ, ਜਾਂ ਮੁਨਾਸਬ ਸੇਕਣ ਦੇ, ਹੈ ਨਾ। ਉਹ ਉੱਥੋਂ ਹਟਾਂਗੇ ਤਾਂ ਫਿਰ ਉਹਦੇ ਨਾਲ ਸਾਨੂੰ ਨੁਕਸਾਨ 'ਤੇ ਪਹੁੰਚਣਾ। ਫਿਰ ਜਿਸਮ ਦੇ ਵਿੱਚ ਜਿਹੜਾ ਜਿਸਮ 'ਤੇ ਲਾਗੂ ਹੋਇਆ ਅਤੇ ਜਿਸਮ ਦੇ ਆਜ਼ਾਦ ਮੁਤਾਸਰ ਹੋਣੇ ਨੇ, ਉਹ ਮੁਤਾਸਰ ਹੋਣਗੇ, ਉਹਨਾਂ ਦੇ ਅਫਆਲ ਮੁਤਾਸਰ ਹੋਣੇ, ਉਹਦੇ ਨਾਲ ਮਰਜ਼ ਹੋ ਪੈਣੀ। ਵੱਡੇ ਲੈਵਲ 'ਤੇ ਵੀ ਪਤਾ ਲੱਗ ਗਿਆ ਨਾ ਫਿਤਰਤ ਦੀ ਖਿਲਾਫ ਵਰਜ਼ੀ ਨਾਲ, ਅਤੇ ਛੋਟੇ ਲੈਵਲ ਦੇ ਕਾਨੂੰਨ ਦੇ ਸਿਹਤ ਦੀ ਖਿਲਾਫ ਵਰਜ਼ੀ ਨਾਲ, ਸਿਹਤ ਦੇ ਅਮਰਾਜ਼, ਜਿਸਮ ਦੇ ਅਮਰਾਜ਼, ਰੂਹ ਦੇ ਅਮਰਾਜ਼। याद रखें कि बुराई कभी कानून के तहत नहीं होती। हाँ बुराई कानून ਦੇ ਤਹਿਤ ਨਹੀਂ, बुराई ਜਿੱਧਰ ਮੂੰਹ ਆਇਆ ਉਸ ਤਰ੍ਹਾਂ ਕਰ ਲਿਆ। बल्कि बुराई वो शय या अमल है जो नेकी और भलाई की खिलाफ वर्जी से पैदा होती है, ਜੋ ਕਾਨੂੰਨ ਦੀ ਖਿਲਾਫ ਵਰਜ਼ੀ ਨਾਲ ਪੈਦਾ ਹੁੰਦੀ। ਲਾ ਕਾਨੂੰਨੀਅਤ, ਜਿਹੜਾ ਕੋਈ ਕਿਸ ਤਰ੍ਹਾਂ ਤੋੜ ਗਿਆ, ਕਿਸ ਤਰ੍ਹਾਂ ਤੋੜ ਗਿਆ, ਕਾਨੂੰਨ ਥੋੜ੍ਹਾ ਵੀ ਅੱਜ ਤੋੜ ਲਓ।
इसलिए मर्ज भी किसी कानून के तहत पैदा नहीं होता, बल्कि जब सेहत के कानून की खिलाफ वर्जी की जाती है तो मर्ज पैदा हो जाता है। यही वजह है कि दुनिया में जिस कदर तरीका इलाज है, सब ने मर्ज की पैदाइश को सेहत के कवानीन की खिलाफ वर्जी करार दिया है। झैल में चंद तरीके इलाज के उसूल सेहत और उसकी खराबी से पैदाइशी अमराज की सूरतें पेश की जाती हैं। ਹੁਣ ਬਿਆਨ ਕਰਨਗੇ ਕਿ ਜਿੰਨੀਆਂ ਤਿੱਬਾਂ ਨੇ ਨਾ ਬੇਟੇ, ਸਾਡੀ ਤਿੱਬੇ ਯੂਨਾਨੀ ਹੈ, ਤਿੱਬੇ ਕਦੀਮ ਹੈ, ਉਹਦੀਆਂ ਸਾਰੀਆਂ ਸ਼ਾਖਾਂ ਹੀ ਨੇਗੀਆਂ। ਹੁਣ ਇਹਨਾਂ ਦੇ ਵਿੱਚ ਹੋਮਿਓਪੈਥੀ, ਐਲੋਪੈਥੀ, ਕ੍ਰੋਮੋਪੈਥੀ, ਰੰਗੋਪੈਥੀ, ਫਿਰ ਐਕੋਪੈਂਕਚਰ, ਜਿੰਨੀਆਂ ਵੀ ਪੈਥੀਆਂ ਨੇਗੀਆਂ, ਇਹ ਸਾਰਿਆਂ ਦੀ ਜਿਹੜੀ ਉਹਨਾਂ ਨੇ ਸਿਹਤ ਦੀ ਤਾਰੀਫ ਦੇਖੋ ਕੀ ਕੀਤੀ। ਹੁਣ ਉਹਦੇ ਉੱਤੇ ਬਹਿਸ ਕਰਨ ਲੱਗੇ। ਉਹਨਾਂ ਨੇ